ਡੀਅਰ ਸਟੂਡੈਂਟਸ, ਕਿਸੇ ਵੀ ਸਮੇਂ ਦੀ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਕੁਝ ਪ੍ਰਵਿਰਤੀਆਂ ਹੁੰਦੀਆਂ ਹਨ, ਕੁਝ ਝੁਕਾਅ ਹੁੰਦੇ ਹਨ। ਕਦੇ ਵਿਸ਼ਵ ਦੇ ਰਾਜਾਂ ਦੀ ਜੋ ਰੇਸ ਹੈ ਉਹ ਹਥਿਆਰਾਂ ਨੂੰ ਇਕੱਠੇ ਕਰਨ ਤੇ ਲੱਗਦੀ ਹੈ। ਹਰ ਰਾਜ ਵੱਧ ਤੋਂ ਵੱਧ ਹਥਿਆਰ ਇਕੱਠੇ ਕਰਦਾ ਹੈ। ਕਦੇ ਇਹ ਰੇਸ ਪੈਸੇ ਵੱਲ ਹੋ ਜਾਂਦੀ ਹੈ। ਹਰ ਰਾਜ ਵੱਧ ਤੋਂ ਵੱਧ ਆਰਥਿਕ ਸਾਧਨ ਇਕੱਠੇ ਕਰਦਾ ਹੈ। ਕਦੇ ਇਹ ਵਿਸ਼ਵ ਦੇ ਰਾਜਾਂ ਦੇ ਵਿੱਚ ਜੋ ਮੁਕਾਬਲਾ ਹੈ ਵੱਧ ਤੋਂ ਵੱਧ ਇੰਪਾਇਰ, ਵੱਧ ਤੋਂ ਵੱਧ ਸਾਮਰਾਜ ਆਪਣਾ ਫੈਲਾਉਣ ਦਾ ਹੋ ਜਾਂਦਾ ਹੈ। ਇਸ ਤਰ੍ਹਾਂ ਕਿਸੇ ਵੀ ਸਮੇਂ ਤੇ, ਕਿਸੇ ਵੀ ਪਾਰਟੀਕੂਲਰ ਸਮੇਂ ਤੇ ਵਿਸ਼ਵ ਦੀ ਰਾਜਨੀਤੀ ਦੇ ਵਿੱਚ ਕੁਝ ਝੁਕਾਅ ਹੁੰਦੇ ਹਨ, ਕੁਝ ਟ੍ਰੈਂਡ ਹੁੰਦੇ ਹਨ। ਇਸ ਕੁਐਸਚਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਮੌਜੂਦਾ ਸਮੇਂ ਦੀ ਜੋ ਵਿਸ਼ਵ ਦੀ ਰਾਜਨੀਤੀ ਹੈ ਉਸ ਦੇ ਵਿੱਚ ਕਿਹੜੇ-ਕਿਹੜੇ ਝੁਕਾਅ, ਕਿਹੜੇ-ਕਿਹੜੇ ਟ੍ਰੈਂਡ ਸਾਨੂੰ ਨਜ਼ਰ ਆ ਰਹੇ ਹਨ। ਵਿਸ਼ਵ ਦੇ ਜਿਹੜੇ ਰਾਜ ਹਨ ਉਹਨਾਂ ਨੂੰ ਉੱਨਤੀ ਦੇ ਪੱਖ ਤੋਂ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾ ਸਕਦਾ ਹੈ। ਉੱਤਰੀ ਗੋਲਾ ਅਰਧ ਵਿੱਚ ਪੈਣ ਵਾਲੇ ਰਾਜ ਅਤੇ ਦੱਖਣੀ ਗੋਲਾ ਅਰਧ ਵਿੱਚ ਪੈਣ ਵਾਲੇ ਰਾਜ। ਜਿਹੜੇ ਉੱਤਰੀ ਗੋਲਾ ਅਰਧ ਵਿੱਚ ਪੈਣ ਵਾਲੇ ਰਾਜ ਹਨ ਉਹ ਹਰ ਖੇਤਰ ਦੇ ਵਿੱਚ ਜ਼ਿਆਦਾ ਵਿਕਾਸ ਕਰ ਚੁੱਕੇ ਹਨ, ਅੱਗੇ ਲੰਘ ਚੁੱਕੇ ਹਨ। ਉਦਯੋਗਿਕ ਖੇਤਰ ਵਿੱਚ, ਤਕਨੀਕ ਦੇ ਖੇਤਰ ਦੇ ਵਿੱਚ, ਇਕੋਨਮੀ ਦੇ ਵਿੱਚ। ਅਤੇ ਦੱਖਣੀ ਗੋਲਾ ਅਰਧ ਵਿੱਚ ਪੈਂਦੇ ਰਾਜ ਬਹੁਤ ਪਿੱਛੇ ਰਹਿ ਚੁੱਕੇ ਹਨ। ਇਹਨਾਂ ਦੇ ਪਿੱਛੇ ਰਹਿਣ ਦਾ ਕਾਰਨ ਇਹਨਾਂ ਦਾ ਆਪਣੀ ਕੋਈ ਨਲਾਇਕੀ ਨਹੀਂ ਹੈ। ਇਹਨਾਂ ਦੇ ਪਿੱਛੇ ਰਹਿਣ ਦਾ ਕਾਰਨ ਹੈ ਇਹਨਾਂ ਰਾਜਾਂ ਦਾ ਲੰਬੇ ਸਮੇਂ ਤੱਕ ਉੱਤਰੀ ਰਾਜਾਂ ਦੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਗੁਲਾਮ ਰਹਿਣਾ, ਤੇ ਇਹਨਾਂ ਦੀ ਗੁਲਾਮੀ ਦੇ ਦੌਰਾਨ ਇਹਨਾਂ ਦੇ ਸਾਧਨਾਂ ਨੂੰ ਬੁਰੀ ਤਰ੍ਹਾਂ ਲੁੱਟਿਆ ਗਿਆ ਉੱਤਰੀ ਰਾਜਾਂ ਦੁਆਰਾ, ਵਿਸ਼ੇਸ਼ ਕਰਕੇ ਯੂਰਪੀਅਨ ਰਾਜਾਂ ਦੁਆਰਾ। ਇਸ ਲਈ ਇਹਨਾਂ ਦੀ ਉਦਯੋਗਿਕ ਸਮਰੱਥਾ, ਇਹਨਾਂ ਦੀ ਆਰਥਿਕਤਾ, ਇਹਨਾਂ ਦੀ ਸੈਨਿਕ ਸਮਰੱਥਾ, ਸਾਰਾ ਕੁਝ ਬਹੁਤ ਪਿੱਛੇ ਰਿਹਾ ਹੋਇਆ ਹੈ। ਇਹਨਾਂ ਨੂੰ ਆਪਣੇ ਵਿਕਾਸ ਲਈ, ਦੱਖਣੀ ਰਾਜਾਂ ਨੂੰ ਆਪਣੇ ਵਿਕਾਸ ਲਈ ਸਹਾਇਤਾ ਦੀ ਜ਼ਰੂਰਤ ਪੈਂਦੀ ਹੈ, ਪੂੰਜੀ ਦੀ ਜ਼ਰੂਰਤ ਪੈਂਦੀ ਹੈ, ਜਿਹੜੀ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦੁਆਰਾ ਜਿਵੇਂ IMF, ਵਰਲਡ ਬੈਂਕ ਆਦਿ ਦੁਆਰਾ ਪ੍ਰੋਵਾਈਡ ਕੀਤੇ ਜਾਂਦੇ ਹਨ ਇਹ ਕਰਜ਼ੇ। ਪਰੰਤੂ ਇਹ ਕਰਜ਼ੇ ਦੇਣ ਲੱਗੇ ਅੰਤਰਰਾਸ਼ਟਰੀ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇਸ ਤਰ੍ਹਾਂ ਦੀਆਂ ਸ਼ਰਤਾਂ ਲਗਾਉਂਦੇ ਹਨ ਜਿਹੜੀਆਂ ਉੱਤਰੀ ਰਾਜਾਂ ਨੂੰ ਫਿਰ ਤੋਂ ਲਾਭ ਦੇਣ ਵਾਲੀਆਂ ਹੋਣ। ਇਸ ਤਰ੍ਹਾਂ ਜਿਹੜੇ ਉੱਤਰੀ ਰਾਜ ਨੇ ਉਹ ਦੱਖਣੀ ਰਾਜਾਂ ਨੂੰ ਫਿਰ ਤੋਂ ਨਿਓ ਕਲੋਨੀਅਲਿਜ਼ਮ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਦੀਆਂ ਪਾਲਿਸੀਜ਼ ਨੂੰ ਆਪਣੇ ਹੱਥ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦਾਸਤਾਂ ਤੋਂ ਛੁਟਕਾਰਾ ਪਾਉਣ ਲਈ, ਕਿਉਂਕਿ ਪਹਿਲਾਂ ਇਹ ਪ੍ਰਤੱਖ ਤੌਰ ਤੇ ਗੁਲਾਮ ਰਹੇ ਹਨ, ਹੁਣ ਉਹਨਾਂ ਨੂੰ ਅਪਰਤੱਖ ਤੌਰ ਤੇ ਇਨਡਾਇਰੈਕਟਲੀ ਗੁਲਾਮ ਬਣਾਇਆ ਜਾ ਰਿਹਾ ਹੈ। ਜਿਹੜੇ ਦੱਖਣੀ ਰਾਜ ਹਨ ਇਹਨਾਂ ਨੇ ਮੰਗ ਸ਼ੁਰੂ ਕੀਤੀ ਹੈ ਕਿ ਜਿਹੜਾ ਵਿਸ਼ਵ ਦਾ ਇਕਨੋਮਿਕ ਆਰਡਰ ਹੈ, ਆਰਥਿਕ ਢਾਂਚਾ ਹੈ, ਉਸ ਨੂੰ ਨਵੇਂ ਸਿਰਿਓਂ ਗਠਿਤ ਕੀਤਾ ਜਾਵੇ, ਜਿਸ ਵਿੱਚ ਜਿਹੜਾ ਇਨਸਾਫ ਤੇ ਆਧਾਰਿਤ ਹੋਵੇ, ਨਿਆਂ ਤੇ ਆਧਾਰਿਤ ਹੋਵੇ, ਜਿੱਥੇ ਸਾਰੇ ਰਾਜਾਂ ਦਾ ਡਿਸੀਜਨ ਮੇਕਿੰਗ ਪਾਵਰ ਦੇ ਵਿੱਚ ਬਰਾਬਰ ਦਾ ਹੱਥ ਹੋਵੇ। ਇਸ ਲਈ ਇਹ ਨਿਊ ਇੰਟਰਨੈਸ਼ਨਲ ਇਕਨੋਮਿਕ ਆਰਡਰ ਜਾਂ ਨਿਊ ਦੀ ਮੰਗ ਲਗਾਤਾਰ ਕਰ ਰਹੇ ਹਨ। ਇਹਨਾਂ ਨੇ ਆਪਣੀ ਇਸ ਮੰਗ ਦੀ ਪੂਰਤੀ ਲਈ ਗਰੁੱਪ ਆਫ 15 ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਸੰਗਠਿਤ ਕੀਤਾ ਹੈ। ਦੂਜੇ ਪਾਸੇ ਇਹਨਾਂ ਨੂੰ ਕਾਊਂਟਰ ਕਰਨ ਲਈ ਜਿਹੜੇ ਵਿਕਸਿਤ ਰਾਜ ਨੇ ਉਹਨਾਂ ਨੇ ਆਪਣੇ ਆਪ ਨੂੰ ਗਰੁੱਪ ਆਫ 7 ਦੇ ਰੂਪ ਦੇ ਵਿੱਚ ਸੰਗਠਿਤ ਕਰ ਲਿਆ ਹੈ। ਇਸ ਤਰ੍ਹਾਂ ਆਰਥਿਕਤਾ ਦੇ ਮਾਮਲੇ ਤੇ, ਮੌਜੂਦਾ ਆਰਥਿਕ ਵਿਵਸਥਾ ਅਤੇ ਨਵੀਂ ਅਰਥ ਵਿਵਸਥਾ ਦੇ ਮਾਮਲੇ ਤੇ ਉੱਤਰ ਅਤੇ ਦੱਖਣ ਰਾਜਾਂ ਦਾ ਆਪਸ ਦੇ ਵਿੱਚ ਹਿੱਤਾਂ ਦਾ ਵਿਰੋਧ ਸ਼ੁਰੂ ਹੋ ਚੁੱਕਿਆ ਹੈ। 13ਵਾਂ ਮੁੱਖ ਟ੍ਰੈਂਡ ਹੈ ਇਸ ਸਮੇਂ ਦਾ ਨਸਲੀ ਝਗੜਿਆਂ ਵਿੱਚ ਵਾਧਾ ਹੋ ਰਿਹਾ ਹੈ ਵਿਸ਼ਵ ਦੇ ਵਿੱਚ। ਪਿਛਲੇ ਕੁਝ ਸਾਲਾਂ ਦੇ ਦੌਰਾਨ ਵਿਸ਼ਵ ਦੇ ਵੱਖ-ਵੱਖ ਰਾਜਾਂ ਸ਼੍ਰੀਲੰਕਾ, ਅਰਮੀਨੀਆ, ਅਜ਼ਰਬੈਜਾਨ, ਯੂਗੋਸਲਾਵੀਆ ਆਦਿ ਨੇ ਨਸਲੀ ਝਗੜਿਆਂ ਦਾ, ਨਸਲੀ ਹਿੰਸਾ ਦਾ ਬਹੁਤ ਸਹਿਆ ਹੈ। ਨਸਲੀ ਹਿੰਸਾ ਨੂੰ ਦੁਨੀਆ ਦਾ ਜਿਹੜਾ ਸਭ ਤੋਂ ਸ਼ਕਤੀਸ਼ਾਲੀ ਰਾਜ ਹੈ USA, ਉੱਥੇ ਅਸੀਂ ਪਿਛਲੇ ਸਾਲਾਂ ਦੇ ਦੌਰਾਨ ਨਸਲੀ ਝਗੜੇ ਨੇ ਜਿਹੜੇ ਉਹ ਬੜੇ ਗੰਭੀਰ ਰੂਪ ਦੇ ਵਿੱਚ ਦੇਖੇ ਨੇ। ਦੁਨੀਆ ਦਾ ਰਹਿ ਚੁੱਕਿਆ ਸਭ ਤੋਂ ਸ਼ਕਤੀਸ਼ਾਲੀ ਰਾਜ ਰਸ਼ੀਆ, ਉਹ ਵੀ ਨਸਲੀ ਝਗੜਿਆਂ ਦੇ ਨਾਲ, ਐਥਨਿਕ ਕਨਫਲਿਕਟਸ ਦੇ ਨਾਲ ਜੂਝ ਰਿਹਾ ਹੈ। ਅਤੇ ਯੂਗੋਸਲਾਵੀਆ ਜਿਹੜਾ ਇੱਕ ਬਹੁਤ ਵੱਡਾ ਰਾਜ ਸੀ ਉਹ ਨਸਲਵਾਦ ਕਾਰਨ ਟੁੱਟ ਹੀ ਚੁੱਕਿਆ ਹੈ, ਜਿਸ ਦੇ ਕਈ ਟੁਕੜੇ ਹੋ ਚੁੱਕੇ ਹਨ। ਅੰਤਰਰਾਸ਼ਟਰੀ ਦਹਿਸ਼ਤਵਾਦ ਦਾ ਖਤਰਾ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਦਹਿਸ਼ਤਵਾਦ ਦਾ ਸਰੂਪ ਹੈ ਜਿਹੜਾ ਉਹ ਯੂਨੀਵਰਸਲ ਹੋ ਗਿਆ ਹੈ, ਵਿਸ਼ਵ ਵਿਆਪੀ ਹੋ ਗਿਆ ਹੈ। ਪਹਿਲਾਂ ਆਮ ਕਰਕੇ ਦਹਿਸ਼ਤਵਾਦ ਨੂੰ ਅਲੱਗ-ਅਲੱਗ ਐਂਗਲਸ ਤੋਂ ਵੇਖਿਆ ਜਾਂਦਾ ਸੀ। ਕੋਈ ਇਹਨਾਂ ਨੂੰ ਦਹਿਸ਼ਤਗਰਦ ਕਹਿੰਦਾ ਸੀ, ਕੋਈ ਇਹਨਾਂ ਨੂੰ ਆਜ਼ਾਦੀ ਘੁਲਾਟੀਏ ਕਹਿੰਦਾ ਸੀ। ਪਰੰਤੂ 2001 ਦੇ ਵਿੱਚ ਜਦੋਂ ਦਹਿਸ਼ਤਗਰਦੀ ਦਾ ਸੇਕ ਦੁਨੀਆ ਦੀ ਸਭ ਤੋਂ ਵੱਡੀ ਮਹਾਸ਼ਕਤੀ ਅਮਰੀਕਾ ਤੱਕ ਪਹੁੰਚਿਆ, ਅਮਰੀਕਾ ਦੀਆਂ ਜਿਹੜੀਆਂ ਦੋ ਬਹੁ ਮੰਜ਼ਿਲਾ ਇਮਾਰਤਾਂ ਸੀ ਵਰਲਡ ਟ੍ਰੇਡ ਸੈਂਟਰ ਦੀਆਂ, ਉਹਨਾਂ ਨੂੰ ਮਿੰਟਾਂ ਦੇ ਵਿੱਚ ਮਲੀਆ ਮੇਟ ਕਰ ਦਿੱਤਾ ਦਹਿਸ਼ਤਗਰਦੀ ਹਮਲੇ ਨੇ। ਤਾਂ ਹੁਣ ਕੋਈ ਵੀ ਦੇਸ਼, ਅਮਰੀਕਾ ਤੇ ਜਾਂ ਦੁਨੀਆ ਦਾ ਹੋਰ ਕੋਈ ਵੀ ਦੇਸ਼ ਹੈ ਜਿਹੜਾ ਉਹ ਦਹਿਸ਼ਤਵਾਦ ਦਾ ਸਮਰਥਨ ਖੁੱਲ੍ਹੇ ਆਮ ਨਹੀਂ ਕਰਦਾ। ਹਰ ਰਾਜ ਹੈ ਜਿਹੜਾ ਉਹ ਦਹਿਸ਼ਤਗਰਦੀ ਦੇ ਵਿਰੁੱਧ ਹੈ। ਇਸ ਤੋਂ ਬਾਅਦ ਭਾਰਤ ਦੀ ਸੰਸਦ ਨੂੰ 2001 ਦੇ ਵਿੱਚ ਦਹਿਸ਼ਤਗਰਦੀ ਹਮਲੇ ਦਾ ਸਾਹਮਣਾ ਕਰਨਾ ਪਿਆ ਜਦੋਂ ਦਹਿਸ਼ਤਗਰਦਾਂ ਨੇ ਸਾਡੀ ਸੰਸਦ ਤੇ ਹਮਲਾ ਕੀਤਾ। ਫਿਰ 2008 ਦੇ ਵਿੱਚ ਮੁੰਬਈ ਦੇ ਕਈ ਜਿਹੜੇ ਬਹੁਤ ਮਹੱਤਵਪੂਰਨ ਟਿਕਾਣੇ ਸੀ ਉਹਨਾਂ ਨੂੰ ਦਹਿਸ਼ਤਗਰਦਾਂ ਨੇ ਆਪਣਾ ਨਿਸ਼ਾਨਾ ਬਣਾਇਆ। ਤੇ ਅੱਜ ਦੁਨੀਆ ਦੇ ਸਾਰੇ ਰਾਜ
ਅਮਰੀਕਾ, ਬ੍ਰਿਟੇਨ, ਫਰਾਂਸ, ਰੂਸ ਸਾਰੇ ਦਹਿਸ਼ਤਗਰਦੀ ਦੀ ਸਮੱਸਿਆ ਦੇ ਨਾਲ ਜੂਝ ਵੀ ਰਹੇ ਹਨ ਅਤੇ ਦਹਿਸ਼ਤਗਰਦੀ ਦਾ ਵਿਰੋਧ ਵੀ ਕਰ ਰਹੇ ਹਨ। ਤੇ ਇਸ ਸਮੇਂ ਵਿਸ਼ਵ ਨੂੰ ਡਰ ਹੈ ਕਿ ਜੇ ਕਿਸੇ ਰਾਜ ਦੇ ਮਾਰੂ ਹਥਿਆਰ ਦਹਿਸ਼ਤਗਰਦਾਂ ਦੇ ਹੱਥ ਵਿੱਚ ਆ ਗਏ ਤਾਂ ਪੂਰੇ ਵਿਸ਼ਵ ਲਈ ਇਹ ਖਤਰੇ ਦੀ ਘੰਟੀ ਬਣ ਸਕਦੇ ਹਨ। ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦਾ ਵਿਸ਼ਾ ਜਿਹੜਾ ਉਹ ਉੱਭਰ ਕੇ ਸਾਹਮਣੇ ਆ ਰਿਹਾ ਹੈ, ਕਿਉਂਕਿ ਜਿਹੜੇ ਵੱਧਦੇ ਹੋਏ ਦੰਗੇ ਫਸਾਦ ਹਨ, ਨਸਲੀ ਝਗੜੇ ਹਨ, ਉਹਨਾਂ ਦਾ ਵੀ ਇੱਕ ਕਾਰਨ ਇਹੀ ਹੈ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ। ਜਿੱਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸ਼ੁਰੂ ਹੁੰਦੀ ਹੈ ਉੱਥੇ ਫਿਰ ਸ਼ਾਂਤੀ ਨੂੰ ਬਹੁਤਾ ਲੰਬਾ ਸਮਾਂ ਸਥਾਪਿਤ ਨਹੀਂ ਕੀਤਾ ਜਾ ਸਕਦਾ। ਇਸ ਲਈ ਜਿੰਨਾ ਚਿਰ ਪੂਰੇ ਵਿਸ਼ਵ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਰੋਕ ਨਹੀਂ ਲਗਾਈ ਜਾਂਦੀ, ਵਿਸ਼ਵ ਦੇ ਵਿੱਚ ਸ਼ਾਂਤੀ ਦੀ ਉਮੀਦ ਵੀ ਨਹੀਂ ਕੀਤੀ ਜਾ ਸਕਦੀ। ਮਨੁੱਖੀ ਅਧਿਕਾਰਾਂ ਦੇ ਵਿਸ਼ੇ ਦਾ ਵੀ ਅੱਜਕੱਲ੍ਹ ਰਾਜਨੀਤੀਕਰਨ ਹੋ ਰਿਹਾ ਹੈ। ਜਿਹੜੇ ਪੱਛਮੀ ਮੁਲਕ ਹਨ ਉਹ ਆਪਣੀ ਸੱਭਿਅਤਾ ਦੇ ਹਿਸਾਬ ਨਾਲ, ਆਪਣੇ ਰੀਤੀ ਰਿਵਾਜਾਂ ਦੇ ਹਿਸਾਬ ਨਾਲ ਇਹ ਤੈਅ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਕਿਹੜਾ ਅਧਿਕਾਰ ਮਨੁੱਖੀ ਅਧਿਕਾਰ ਹੈ, ਕਿਹੜਾ ਅਧਿਕਾਰ ਮਨੁੱਖੀ ਅਧਿਕਾਰ ਨਹੀਂ ਹੈ। ਕਈ ਵਾਰੀ ਉਸ ਤਰ੍ਹਾਂ ਦੇ ਅਧਿਕਾਰ ਏਸ਼ੀਅਨ ਕੰਟਰੀਜ਼ ਦੇ ਵਿੱਚ ਜਾਂ ਅਰਬੀਅਨ ਕੰਟਰੀਜ਼ ਦੇ ਵਿੱਚ ਪ੍ਰੋਵਾਈਡ ਕਰਨੇ ਸੰਭਵ ਨਹੀਂ ਹੁੰਦੇ, ਪਰੰਤੂ ਜਿਹੜੇ ਪੱਛਮੀ ਰਾਜ ਹਨ ਉਹ ਆਪਣੀ ਧੁਨ ਤੇ ਆਪਣੀ ਅੜੀ ਤੇ ਕਾਇਮ ਹਨ ਤੇ ਆਪਣਾ ਜੋ ਕਲਚਰ ਹੈ ਉਸ ਦੇ ਅਕੋਰਡਿੰਗ ਹੀ ਮਨੁੱਖੀ ਅਧਿਕਾਰਾਂ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਹਨ। ਕਈ ਵਾਰੀ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਦਾ ਬਹਾਨਾ ਬਣਾ ਕੇ ਜਿਹੜੇ ਵਿਕਾਸਸ਼ੀਲ ਰਾਜ ਨੇ ਉਹਨਾਂ ਦੇ ਵਪਾਰ ਤੇ ਵੀ ਪਾਬੰਦੀਆਂ ਲਗਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜਿਵੇਂ ਕਈ ਵਾਰੀ ਕਿਹਾ ਜਾਂਦਾ ਹੈ ਕਿ ਇਸ ਪ੍ਰੋਡਕਟ ਦਾ ਉਤਪਾਦਨ ਕਰਨ ਵੇਲੇ ਬੱਚਿਆਂ ਦੀ ਤੋਂ ਮਦਦ ਲਈ ਗਈ ਹੈ, ਇਸ ਲਈ ਇਸ ਦੇ ਵਿੱਚ ਚਾਈਲਡ ਲੇਬਰ ਇਸਤੇਮਾਲ ਕੀਤੀ ਗਈ ਹੈ, ਇਸ ਲਈ ਇਸ ਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਨਹੀਂ ਭੇਜਿਆ ਜਾ ਸਕਦਾ। ਆਰਥਿਕ ਤੱਥ ਦੀ ਮਹੱਤਤਾ ਵਿੱਚ ਵਾਧਾ ਹੋ ਰਿਹਾ ਹੈ। ਅੱਜ ਵਿਚਾਰਧਾਰਾ ਦੀ ਥਾਂ ਇਕਨੋਮੀ ਨੇ ਲੈ ਰਹੀ ਹੈ। ਹਰ ਰਾਜ ਜਦੋਂ ਦੂਸਰੇ ਰਾਜ ਨਾਲ ਸੰਬੰਧ ਸਥਾਪਿਤ ਕਰਦਾ ਹੈ ਇਹ ਦੇਖਦਾ ਹੈ ਕਿ ਇੱਥੋਂ ਸਾਨੂੰ ਕੀ ਆਰਥਿਕ ਤੌਰ ਤੇ ਲਾਭ ਹੋ ਸਕਦਾ ਹੈ, ਸਾਡੀ ਇਕਨੋਮੀ ਨੂੰ ਕੀ ਲਾਭ ਹੋ ਸਕਦਾ ਹੈ। ਇਹ ਘੱਟ ਗੱਲ ਇੰਪੋਰਟੈਂਟ ਹੈ ਕਿ ਉਸ ਰਾਜ ਦਾ ਜੋ ਵਿਚਾਰਧਾਰਾ ਹੈ ਉਹ ਕਿਸ ਤਰ੍ਹਾਂ ਦੀ ਹੈ। ਭਾਰਤ ਦਾ ਜਿਹੜਾ 2020 ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਰਿਹਾ ਹੈ, ਸਭ ਤੋਂ ਵੱਡਾ ਟ੍ਰੇਡ ਪਾਰਟਨਰ ਰਿਹਾ ਹੈ, ਉਹ ਚੀਨ ਰਿਹਾ ਹੈ, ਜਿਸ ਨਾਲ ਅਸੀਂ 77.7 ਬਿਲੀਅਨ US$ ਦਾ ਵਪਾਰ ਕੀਤਾ। ਤੇ ਦੂਜੇ ਪਾਸੇ ਜਿਹੜੇ ਰਣਨੀਤਿਕ ਮਾਹਰ ਨੇ ਉਹ ਕਹਿੰਦੇ ਨੇ ਕਿ ਚੀਨ ਭਾਰਤ ਦਾ ਸਭ ਤੋਂ ਖਤਰਨਾਕ ਦੁਸ਼ਮਣ ਹੈ। ਤੇ ਕਿਹਾ ਜਾਂਦਾ ਕਿ ਚੀਨ ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਪੂਰਬੀ ਏਸ਼ੀਆ ਦੇ ਹੋਰ ਵੱਡੇ ਰਾਜਾਂ 'ਚ ਵੱਡੀਆਂ ਬੰਦਰਗਾਹਾਂ ਬਣਾ ਰਿਹਾ ਹੈ, ਜਿਨ੍ਹਾਂ ਰਾਹੀਂ ਭਾਰਤ ਨੂੰ ਹਿੰਦ ਮਹਾਸਾਗਰ ਦੇ ਵਿੱਚ ਰੋਕ ਕੇ ਰੱਖਿਆ ਜਾ ਸਕਦਾ ਹੈ, ਘੇਰਿਆ ਜਾ ਸਕਦਾ ਹੈ। ਰਣਨੀਤਿਕ ਮਾਹਿਰਾਂ ਦੇ ਅਨੁਸਾਰ ਜੋ ਭਾਰਤ ਨੂੰ ਘੇਰਨ ਦੀ ਨੀਤੀ ਹੈ ਚੀਨ ਦੀ, ਉਸ ਨੂੰ ਸਟ੍ਰੈਟੇਜੀਕਲ ਇਨਸਰਕਲਮੈਂਟ ਆਫ ਇੰਡੀਆ ਕਿਹਾ ਜਾਂਦਾ ਹੈ, ਜਿਸ ਨੂੰ ਇੱਕ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਸਟ੍ਰਿੰਗ ਆਫ ਪਰਲਸ ਵੀ ਕਿਹਾ ਜਾਂਦਾ ਹੈ, ਮੋਤੀਆਂ ਦੀ ਮਾਲਾ ਕਿਹਾ ਜਾਂਦਾ ਹੈ ਕਿ ਇਸ ਸਮੁੰਦਰ ਦੇ ਵਿੱਚ ਚੀਨ ਨੇ ਇੱਕ ਮੋਤੀਆਂ ਦੀ ਮਾਲਾ ਭਾਰਤ ਦੇ ਨੂੰ ਘੇਰਨ ਲਈ ਵਿਛਾ ਦਿੱਤੀ ਹੈ। ਉਹ ਮੋਤੀਆਂ ਦੀ ਮਾਲਾ ਕੀ ਹੈ ਕਿ ਹਿੰਦ ਮਹਾਸਾਗਰ ਦੇ ਵਿੱਚ ਵੱਡੀਆਂ ਬੰਦਰਗਾਹਾਂ ਦਾ ਨਿਰਮਾਣ ਚੀਨ ਕਰਵਾ ਰਿਹਾ ਹੈ। ਇਹਨਾਂ ਦੇ ਵਿੱਚੋਂ ਇੱਕ ਬੰਦਰਗਾਹ ਹੈ ਗਵਾਦਰ, ਜਿਹੜੀ ਪਾਕਿਸਤਾਨ ਦੀ ਹੈ। ਇਸ ਦਾ ਨਿਰਮਾਣ ਚੀਨ ਨੇ ਕਰਵਾਇਆ ਹੈ ਅਤੇ ਚੀਨ ਕਿਸੇ ਵੀ ਤਰ੍ਹਾਂ ਇਸ ਦਾ ਇਸਤੇਮਾਲ ਕਰ ਸਕਦਾ ਹੈ, ਸੈਨਿਕ ਪਰਪਸ ਲਈ ਕਰ ਸਕਦਾ ਹੈ। ਦੂਸਰੀ ਬੰਦਰਗਾਹ ਹੈ ਜਿਬੂਟੀ ਦੀ ਬੰਦਰਗਾਹ, ਜਿਹੜਾ ਇੱਕ ਅਫਰੀਕਾ ਦਾ ਕੰਟਰੀ ਹੈ, ਇੱਕ ਛੋਟਾ ਜਿਹਾ ਕੰਟਰੀ ਹੈ ਜਿਬੂਟੀ। ਇੱਥੇ ਬੰਦਰਗਾਹ ਬਣਾਈ ਹੈ, ਇੱਥੇ ਆਪਣਾ ਸੈਨਿਕ ਟਿਕਾਣਾ ਵੀ ਬਣਾਇਆ ਹੈ ਚੀਨ ਨੇ। ਮਾਲਦੀਵ ਦਾ ਇੱਕ ਆਈਲੈਂਡ ਹੈ ਜਿਹੜਾ ਬਿਲਕੁਲ ਨੇੜੇ ਪੈਂਦਾ ਹੈ ਭਾਰਤ ਦੇ, ਉਸ ਨੂੰ ਚੀਨ ਦੀ ਇੱਕ ਕੰਪਨੀ ਨੇ 50 ਸਾਲਾਂ ਲਈ ਠੇਕੇ ਤੇ ਲਿਆ ਹੈ ਤੇ ਉੱਥੇ ਜੋ ਹਵਾਈ ਅੱਡੇ ਵਗੈਰਾ ਹਨ ਉਹਨਾਂ ਦੀ ਵਰਤੋਂ ਡਿਫੈਂਸ ਪਰਪਸ ਲਈ ਜਾਂ ਭਾਰਤ ਦੇ ਅਗੇਂਸਟ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਸ਼੍ਰੀਲੰਕਾ ਦੇ ਵਿੱਚ ਹੰਬਨਤੋਤਾ ਜੋ ਪੋਰਟ ਹੈ, ਬੰਦਰਗਾਹ ਹੈ, ਇਸ ਦਾ ਨਿਰਮਾਣ ਵੀ ਚੀਨ ਨੇ ਕਰਵਾਇਆ ਹੈ। ਬੰਗਲਾਦੇਸ਼ ਬੇਸ਼ੱਕ ਚੀਨ ਦੇ ਮੁਕਾਬਲੇ ਭਾਰਤ ਦੇ ਜ਼ਿਆਦਾ ਨਜ਼ਦੀਕ ਹੈ, ਪਰੰਤੂ ਫਿਰ ਵੀ ਬੰਗਲਾਦੇਸ਼ ਦਾ ਜੋ ਚਿੱਟਾਗਾਂਗ ਬੰਦਰਗਾਹ ਹੈ ਉਸ ਦੇ ਉੱਪਰ ਕੰਟੇਨਰ ਫੈਸਿਲਿਟੀ ਦਾ ਨਿਰਮਾਣ ਕਰਵਾਇਆ ਹੈ ਚੀਨ ਨੇ। ਭਾਰਤ ਨਾਲ ਲੱਗਦੇ ਰਾਜ ਮਿਆਂਮਾਰ ਜਾਂ ਬਰਮਾ ਦੀ ਬੰਦਰਗਾਹ ਹੈ ਕਿਆਕਪਿਊ, ਉਸ ਦਾ ਨਿਯੰਤਰਣ ਚੀਨ ਨੇ ਆਪਣੇ ਹੱਥ ਵਿੱਚ ਲਿਆ ਹੈ, ਉਸ ਨੂੰ ਚੀਨ ਡਿਵੈਲਪ ਕਰ ਰਿਹਾ ਹੈ। ਇਸ ਤੋਂ ਬਿਨਾਂ ਕੋਕੋ ਆਈਲੈਂਡ ਹੈ ਬਰਮਾ ਦਾ, ਜਿਹੜਾ ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਬਿਲਕੁਲ ਨੇੜੇ ਪੈਂਦਾ ਹੈ, ਉਸ ਨੂੰ ਆਪਣੇ ਕੰਟਰੋਲ ਦੇ ਵਿੱਚ ਲਿਆ ਹੈ ਚੀਨ ਨੇ। ਅਤੇ ਚੀਨ ਨੇ ਇੱਥੇ ਵੱਡੇ ਰਡਾਰ, ਵੱਡੇ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ ਦੇ ਇਕਵਿਪਮੈਂਟ ਫਿੱਟ ਕੀਤੇ ਹਨ ਤਾਂ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਤੇ ਭਾਰਤ ਦੀਆਂ ਜੋ ਸੈਨਿਕ ਗਤੀਵਿਧੀਆਂ ਹੁੰਦੀਆਂ ਹਨ ਉਹਨਾਂ ਤੇ ਨਿਗਰਾਨੀ ਰੱਖੀ ਜਾ ਸਕੇ। ਇਸ ਤਰ੍ਹਾਂ ਜਿਹੜੀ ਇਹ ਭਾਰਤ ਨੂੰ ਘੇਰਨ ਦੀ ਰਣਨੀਤੀ ਹੈ ਚੀਨ ਦੀ, ਉਹ ਇਹ ਹੈ ਕਿ
ਹਿੰਦ ਮਹਾਸਾਗਰ ਦੇ ਵਿੱਚ, ਇੰਡੀਅਨ ਓਸ਼ਨ ਦੇ ਵਿੱਚ ਵੱਧ ਤੋਂ ਵੱਧ ਆਪਣਾ ਦਬਦਬਾ ਕਾਇਮ ਕੀਤਾ ਜਾ ਸਕੇ, ਵੱਧ ਤੋਂ ਵੱਧ ਖੇਤਰਾਂ ਦੇ ਵਿੱਚ ਆਪਣੇ ਸੈਨਿਕ ਟਿਕਾਣੇ ਬਣਾਏ ਜਾ ਸਕਣ। ਅੱਜ ਕੱਲ੍ਹ ਵਿਸ਼ਵ ਦੇ ਸਾਰੇ ਭਾਗਾਂ ਵਿੱਚ ਖੇਤਰੀ ਏਕੀਕਰਨ ਦੇ ਰੁਝਾਨ ਵਿੱਚ ਵਾਧਾ ਹੋ ਰਿਹਾ ਹੈ। ਸਾਰੇ ਖੇਤਰਾਂ ਦੇ ਵਿੱਚ ਇਸ ਤਰ੍ਹਾਂ ਦੇ ਸਮਝੌਤੇ ਹੋ ਰਹੇ ਹਨ ਕਿ ਅਸੀਂ ਆਪਸ ਦੇ ਵਿੱਚ ਜਿਹੜੇ ਨਜ਼ਦੀਕੀ ਰਾਜ ਆਪਸੀ ਵਪਾਰ ਦੇ ਵਿੱਚ ਵਾਧਾ ਕਰਾਂਗੇ, ਇੱਕ ਦੂਸਰੇ ਤੇ ਜਿਹੜੇ ਲਗਾਏ ਜਾਂਦੇ ਟੈਕਸ ਨੇ ਉਹਨਾਂ ਦੇ ਵਿੱਚ ਕਮੀ ਕਰਾਂਗੇ। ਇੱਕ ਦੂਸਰੇ ਨੂੰ ਵਪਾਰਕ ਪਹਿਲ ਵਾਲਾ ਖੇਤਰ ਜਾਂ ਮੋਸਟ ਫੇਵਰਡ ਨੇਸ਼ਨ ਦੇ ਦਰਜੇ ਦਿੱਤੇ ਜਾ ਰਹੇ ਹਨ। ਯੂਰਪੀਅਨ ਯੂਨੀਅਨ ਇਸ ਦਿਸ਼ਾ ਵੱਲ ਕਾਫੀ ਅੱਗੇ ਵੱਧ ਚੁੱਕੀ ਹੈ, ਜਿਸ ਅਧੀਨ ਮੈਂਬਰਾਂ ਦੇ ਵਪਾਰ 'ਚ ਵਾਧਾ ਬਹੁਤ ਹੋਇਆ ਹੈ ਤੇ ਹੁਣ ਤੱਕ ਯੂਰਪੀਅਨ ਯੂਨੀਅਨ ਤਾਂ ਰਾਜਨੀਤਿਕ ਏਕੀਕਰਨ ਦੇ ਪੜਾਅ 'ਤੇ ਵੀ ਪਹੁੰਚ ਚੁੱਕੀ ਹੈ। ਕਾਮਨ ਵੀਜ਼ਾ ਪਾਲਿਸੀਜ਼ ਇਹਨਾਂ ਦੀਆਂ ਸ਼ੈਂਗਨ ਕੰਟਰੀ ਦੀਆਂ ਬਣਨ ਲੱਗੀਆਂ ਹਨ। ਕਾਮਨ ਕਰੰਸੀ ਵੀ ਇਹਨਾਂ ਨੇ ਯੂਰੋ ਡਾਲਰ ਲਾਂਚ ਕੀਤੀ ਹੈ, ਜਿਹੜੀ ਲਗਭਗ ਸਾਰੇ ਜਿਹੜੇ ਮੈਂਬਰ ਰਾਜ ਨੇ ਉਹ ਜਿਸ ਅਡਾਪਟ ਕਰ ਰਹੇ ਹਨ। ਉੱਤਰੀ ਅਮਰੀਕਾ ਦੇ ਰਾਜਾਂ ਨੇ, ਜਿਨ੍ਹਾਂ ਦੇ ਵਿੱਚ ਅਮਰੀਕਾ, ਕੈਨੇਡਾ ਤੇ ਮੈਕਸੀਕੋ ਸ਼ਾਮਲ ਨੇ, ਨਾਫਟਾ ਜਾਂ ਨਾਰਥ ਅਮਰੀਕਨ ਫ੍ਰੀ ਟ੍ਰੇਡ ਏਰੀਆ ਬਣਾ ਲਿਆ ਹੈ। ਦੱਖਣੀ ਅਮਰੀਕਾ ਦੇ ਰਾਜਾਂ ਨੇ ਯੂਨੀਅਨ ਆਫ ਸਾਊਥ ਅਮਰੀਕਨ ਨੇਸ਼ਨਜ਼ ਬਣਾ ਲਈ ਹੈ। ਅਫਰੀਕਨ ਰਾਜਾਂ ਨੇ ਅਫਰੀਕਨ ਯੂਨੀਅਨ, ਅਰਬ ਰਾਜਾਂ ਨੇ ਅਰਬ ਲੀਗ, ਸਾਊਥ ਏਸ਼ੀਆ ਦੇ ਰਾਜਾਂ ਨੇ ਸਾਰਕ, ਪੂਰਬੀ ਏਸ਼ੀਆ ਦੇ ਰਾਜਾਂ ਨੇ ਆਸੀਆਨ, ਪੈਸੀਫਿਕ ਆਈਲੈਂਡਸ ਫੋਰਮ, ਯੂਰਪੀਅਨ ਯੂਨੀਅਨ, ਸੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ। ਇਸ ਤਰ੍ਹਾਂ ਅਨੇਕਾਂ ਹੀ ਇਹ ਸੰਗਠਨ ਬਣ ਚੁੱਕੇ ਹਨ ਜਿਹੜੇ ਮੈਂਬਰ ਰਾਜਾਂ ਦੇ ਆਪਸੀ ਵਪਾਰ ਨੂੰ ਉਤਸ਼ਾਹਿਤ ਕਰਦੇ ਹਨ। ਜਿਹੜੇ ਗੈਰ ਰਾਜੀ ਕਰਤਾ ਨੇ, ਨਾਨ ਸਟੇਟ ਐਕਟਰਸ ਨੇ, ਉਹਨਾਂ ਦੀ ਗਿਣਤੀ ਅਤੇ ਭੂਮਿਕਾ ਦੋਹਾਂ ਵਿੱਚ ਵਾਧਾ ਹੋ ਰਿਹਾ ਹੈ। ਇਹਨਾਂ ਗੈਰ ਰਾਜਕੀ ਤੱਤਾਂ ਦੇ ਵਿੱਚੋਂ ਕੁਝ ਤੱਤ ਹਨ ਜਿਹੜੇ ਉਹ ਅੰਤਰਰਾਸ਼ਟਰੀ ਸੰਗਠਨ ਹਨ, ਜਿਵੇਂ ਕੁਝ ਸੰਧੀਆਂ ਸਮਝੌਤਿਆਂ ਦੇ ਨਾਲ ਹੋਂਦ ਵਿੱਚ ਆਏ ਹਨ। ਇਸ ਤੋਂ ਇਲਾਵਾ ਕੁਝ ਬਹੁਰਾਸ਼ਟਰੀ ਕੰਪਨੀਆਂ ਵੀ ਹਨ, ਜਿਨ੍ਹਾਂ ਨੂੰ MNCs ਜਾਂ ਮਲਟੀਨੈਸ਼ਨਲ ਕਾਰਪੋਰੇਸ਼ਨ ਆਪਾਂ ਕਹਿੰਦੇ ਹਾਂ। ਉਹਨਾਂ ਦੀ ਵੀ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ, ਡਿਸੀਜਨ ਮੇਕਿੰਗ ਦੇ ਵਿੱਚ, ਭੂਮਿਕਾ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਹੈ, ਕਿਉਂਕਿ ਵਰਲਡ ਦੀ ਇਕਨੋਮੀ ਦੇ ਬਹੁਤ ਵੱਡੇ ਹਿੱਸੇ ਤੇ ਇਹਨਾਂ ਮਲਟੀਨੈਸ਼ਨਲ ਕਾਰਪੋਰੇਸ਼ਨ ਦਾ ਕੰਟਰੋਲ ਹੋ ਚੁੱਕਿਆ ਹੈ। ਪਰਮਾਣੂ ਸ਼ਕਤੀ ਦਾ ਵਿਸਥਾਰ ਲਗਾਤਾਰ ਹੋ ਰਿਹਾ ਹੈ। ਹੁਣ ਵੀ ਪਰਮਾਣੂ ਸ਼ਕਤੀਆਂ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪਰਮਾਣੂ ਪਸਾਰ ਨੂੰ ਰੋਕਣ ਲਈ ਜਿਹੜੇ ਕਦਮ ਚੁੱਕੇ ਗਏ ਸੀ ਉਹ ਬਹੁਤੇ ਪ੍ਰਭਾਵਸ਼ਾਲੀ ਸਿੱਧ ਨਹੀਂ ਹੋਏ, ਕਿਉਂਕਿ ਉਹਨਾਂ ਦਾ ਨਿਰਮਾਣ ਕਰਦੇ ਸਮੇਂ ਜਿਹੜੀਆਂ ਵੱਡੀਆਂ ਸ਼ਕਤੀਆਂ ਨੇ ਉਹਨਾਂ ਨੇ ਆਪਣੇ ਹਿੱਤਾਂ ਨੂੰ ਸਾਹਮਣੇ ਰੱਖਿਆ ਹੈ। ਵੱਡੀਆਂ ਸ਼ਕਤੀਆਂ ਨੇ ਨਾ ਤਾਂ ਆਪਣੇ ਪਰਮਾਣੂ ਭੰਡਾਰਾਂ ਨੂੰ ਖਤਮ ਕਰਨ ਦੀ ਕੋਈ ਸਮਾਂ ਸੀਮਾ ਤੈਅ ਕੀਤੀ ਹੈ ਉਹਨਾਂ ਸੰਧੀਆਂ ਸਮਝੌਤਿਆਂ ਦੇ ਵਿੱਚ, ਅਤੇ ਨਾ ਹੀ ਆਪਣੇ ਪਰਮਾਣੂ ਹਥਿਆਰਾਂ ਦੇ ਵਾਧੇ ਤੇ ਕੋਈ ਰੋਕ ਲਗਾਈ ਹੈ। ਇਸ ਲਈ ਇਹ ਸੰਧੀਆਂ ਨੇ ਜਿਹੜੀਆਂ ਭੇਦਭਾਵ ਕਰਦੀਆਂ ਹਨ। CTBT ਜਾਂ ਕੰਪਰੀਹੈਂਸਿਵ ਟੈਸਟ ਬੈਨ ਟ੍ਰੀਟੀ ਇਹ ਵਿਸ਼ਵ ਦੇ ਰਾਜਾਂ ਨੂੰ ਦੋ ਹਿੱਸਿਆਂ 'ਚ ਵੰਡਦੀ ਹੈ, ਪਰਮਾਣੂ ਹਥਿਆਰਾਂ ਵਾਲੇ ਰਾਜ ਅਤੇ ਪਰਮਾਣੂ ਹਥਿਆਰਾਂ ਤੋਂ ਬਿਨਾਂ ਰਾਜ। ਇਸ ਸੰਧੀ ਅਧੀਨ ਜਿਹੜੇ ਪਰਮਾਣੂ ਹਥਿਆਰਾਂ ਵਾਲੇ ਰਾਜ ਹਨ ਉਹ ਪਰਮਾਣੂ ਹਥਿਆਰਾਂ ਨੂੰ ਕਾਇਮ ਵੀ ਰੱਖ ਸਕਦੇ ਹਨ, ਉਹਨਾਂ 'ਚ ਹੋਰ ਵਾਧਾ ਵੀ ਕਰ ਸਕਦੇ ਹਨ, ਪਰ ਜਿਹੜੇ ਨਾਨ ਨਿਊਕਲੀਅਰ ਸਟੇਟਸ ਨੇ ਉਹ ਪਰਮਾਣੂ ਹਥਿਆਰਾਂ ਦੀ ਡਿਵੈਲਪਮੈਂਟ ਨਹੀਂ ਕਰ ਸਕਦੇ। ਇਸ ਸੰਧੀ ਦੀਆਂ ਜਿਹੜੀਆਂ ਇਹ ਪੱਖਪਾਤੀ ਵਿਵਸਥਾਵਾਂ ਨੇ, ਇਹਨਾਂ ਕਾਰਨ ਹੀ ਭਾਰਤ ਨੇ ਇਸ ਤੇ ਹਸਤਾਖਰ ਨਹੀਂ ਕੀਤੇ ਅਤੇ 1998 ਦੇ ਵਿੱਚ ਐਟੋਮਿਕ ਐਕਸਪੈਰੀਮੈਂਟ ਕਰਕੇ ਆਪਣੇ ਆਪ ਨੂੰ ਨਿਊਕਲੀਅਰ ਪਾਵਰ ਕੰਟਰੀ ਡਿਕਲੇਅਰ ਕਰ ਦਿੱਤਾ। ਉਸ ਤੋਂ ਕੁਝ ਦਿਨ ਬਾਅਦ ਪਾਕਿਸਤਾਨ ਨੇ ਵੀ ਇਸੇ ਤਰ੍ਹਾਂ ਹੀ ਕੀਤਾ। ਉੱਤਰੀ ਕੋਰੀਆ ਤੇ ਇਜ਼ਰਾਈਲ ਨੇ ਜਿਹੜੇ ਸਿਪਰੀ ਦੀਆਂ ਰਿਪੋਰਟਾਂ ਦੇ ਮੁਤਾਬਕ ਜਿਹੜਾ ਦੁਨੀਆ ਦੀਆਂ ਸੈਨਾਵਾਂ ਨਾਲ ਸੰਬੰਧਿਤ ਰਿਸਰਚ ਇੰਸਟੀਚਿਊਟ ਹੈ, ਇਹਨਾਂ ਕੋਲ ਵੀ ਕਾਫੀ ਮਾਤਰਾ ਦੇ ਵਿੱਚ ਐਟੋਮਿਕ ਵੈਪਨਸ ਹਨ। ਪਰਮਾਣੂ ਨਿਸ਼ਸਤਰੀਕਰਨ ਦਾ ਮੁੱਦਾ ਉੱਠ ਰਿਹਾ ਹੈ ਵਿਸ਼ਵ ਦੇ ਵਿੱਚ। 1 ਜਨਵਰੀ 1967 ਤੋਂ ਪਹਿਲਾਂ ਪਰਮਾਣੂ ਪਰੀਖਣ ਕਰ ਚੁੱਕੇ ਰਾਜ ਸੀ 5। ਇਹਨਾਂ ਦੇ ਵਿੱਚ ਅਮਰੀਕਾ, ਰੂਸ, ਚੀਨ, ਫਰਾਂਸ ਤੇ ਬ੍ਰਿਟੇਨ ਸੀ। ਇਹਨਾਂ ਨੂੰ P5 ਕਿਹਾ ਜਾਂਦਾ ਹੈ। ਇਹ ਸਾਰੇ ਰਾਜਾਂ ਨੇ ਪਰਮਾਣੂ ਪਸਾਰ ਰੋਕਣ ਲਈ ਪਰਮਾਣੂ ਅਪਸਾਰ ਸੰਧੀ ਕੀਤੀ ਸੀ 1968 ਦੇ ਵਿੱਚ, ਜਿਹਦੇ ਵਿੱਚ ਇਹਨਾਂ 5 ਰਾਜਾਂ ਤੋਂ ਬਿਨਾਂ ਹੋਰ ਰਾਜ ਵੀ ਸ਼ਾਮਲ ਸੀ। ਇਸ ਸੰਧੀ ਦੇ ਤਹਿਤ ਇਹ 5 ਰਾਜ ਤਾਂ ਪਰਮਾਣੂ ਹਥਿਆਰਾਂ ਦਾ ਹੋਰ ਵਿਕਾਸ ਵੀ ਕਰ ਸਕਦੇ ਸੀ, ਪਰੰਤੂ ਕੋਈ ਹੋਰ ਰਾਜ ਪਰਮਾਣੂ ਪਰੀਖਣ ਨਹੀਂ ਸੀ ਕਰ ਸਕਦਾ ਇਹਨਾਂ 5 ਰਾਜਾਂ ਤੋਂ ਬਿਨਾਂ। ਫਿਰ ਦੂਸਰੀ ਭਾਰਤ ਨੇ ਇਹਨਾਂ ਤੇ ਇਸ ਸੰਧੀ ਤੇ ਸਾਈਨ ਨਹੀਂ ਕੀਤੇ। ਫਿਰ ਦੂਸਰੀ ਸੰਧੀ ਹੋਈ ਇਸ ਦਿਸ਼ਾ ਦੇ ਵਿੱਚ CTBT, ਜਿਹਨੂੰ ਸੰਯੁਕਤ ਰਾਸ਼ਟਰ ਦੀ ਮਹਾਸਭਾ ਨੇ 10 ਸਤੰਬਰ 1996 ਨੂੰ ਸਵੀਕਾਰ ਕੀਤਾ। ਇਹ ਕਿਸੇ ਵੀ ਕਿਸਮ ਦੇ ਪਰਮਾਣੂ ਐਕਸਪੈਰੀਮੈਂਟ ਤੇ ਪਾਬੰਦੀ ਲਾਉਂਦੀ ਹੈ, ਪਰੰਤੂ ਇਸ ਦਾ ਜਿਹੜਾ ਸੈਕੰਡ ਲੈਕਚਰ ਹੈ ਉਹਦੇ ਵਿੱਚ 44 ਉਹਨਾਂ ਰਾਜਾਂ ਦਾ ਨਾਮ ਹੈ ਜਿਨ੍ਹਾਂ ਨੇ ਸੰਧੀ ਦੀ ਵਾਰਤਾ ਦੇ ਵਿੱਚ 1994 ਤੋਂ 96 ਤੱਕ ਜਿਹੜੀ ਚੱਲੀ ਉਸ ਵਿੱਚ ਭਾਗ ਲਿਆ, ਤੇ ਜਿਨ੍ਹਾਂ ਕੋਲ ਉਸ ਸਮੇਂ ਪਰਮਾਣੂ ਖੋਜ ਰਿਐਕਟਰ ਜਾਂ ਪਰਮਾਣੂ ਸ਼ਕਤੀ ਮੌਜੂਦ ਸੀ। ਜਦੋਂ ਤੱਕ ਉਹ ਸਾਰੇ ਰਾਜ ਇਸ ਤੇ ਹਸਤਾਖਰ ਨਹੀਂ ਕਰਦੇ ਉਹਨਾਂ ਚਿਰ ਇਹ ਸੰਧੀ ਲਾਗੂ ਨਹੀਂ ਹੋ ਸਕਦੀ। ਭਾਰਤ ਨੇ ਵੀ ਇਸ ਤੇ ਹਸਤਾਖਰ ਨਹੀਂ ਕੀਤੇ, ਅਮਰੀਕਾ ਨੇ ਹਸਤਾਖਰ ਕੀਤੇ ਹਨ, ਪਰੰਤੂ ਉਹਨਾਂ ਦੀ ਸੈਨੇਟ ਨੇ ਪੁਸ਼ਟੀ ਨਹੀਂ ਕੀਤੀ, ਇਸ ਲਈ ਇਹ ਸੰਧੀ ਹੁਣ ਤੱਕ ਲਾਗੂ ਨਹੀਂ ਹੋ ਸਕੀ। 11ਵਾਂ ਟ੍ਰੈਂਡ ਹੈ ਕਿ ਰੂਸ ਪੱਛਮ ਦੇ ਨਜ਼ਦੀਕ ਆਉਂਦਾ ਜਾ ਰਿਹਾ ਹੈ। ਰੂਸ ਸੋਵੀਅਤ ਸੰਘ ਦਾ ਵਿਰਾਸਤੀ ਰਾਜ ਹੈ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਉਸ ਦੀ ਵਿਰਾਸਤ ਰੂਸ ਨੂੰ ਮਿਲੀ ਹੈ, ਕਿਉਂਕਿ ਰੂਸ ਹੀ ਸਭ ਤੋਂ ਵੱਡਾ ਰਾਜ ਸੀ।
ਸ਼ੀਤ ਯੁੱਧ ਦੇ ਦੌਰਾਨ ਸੋਵੀਅਤ ਸੰਘ ਅਤੇ ਪੱਛਮ ਇੱਕ ਦੂਸਰੇ ਦੇ ਕੱਟੜ ਵਿਰੋਧੀ ਰਹੇ ਹਨ, ਪਰੰਤੂ ਸੋਵੀਅਤ ਸੰਘ ਦੇ ਬਿਖਰਨ ਤੋਂ ਬਾਅਦ ਉਸ ਦੀ ਵਿਰਾਸਤੀ ਸਟੇਟ ਰਸ਼ੀਆ ਨੂੰ ਪੱਛਮੀ ਸ਼ਕਤੀਆਂ ਤੇ ਆਸ਼ਰਿਤ ਹੋਣਾ ਪੈ ਗਿਆ। ਵਿਸ਼ੇਸ਼ ਕਰਕੇ ਆਰਥਿਕ ਆਪਣੇ ਸਾਧਨਾਂ ਦੀ ਕਮੀ ਕਰਕੇ ਉਹਨਾਂ ਤੋਂ ਆਰਥਿਕ ਸਹਾਇਤਾ ਪ੍ਰਾਪਤ ਕਰਨੀ ਪੈ ਗਈ। ਹੁਣ ਰੂਸ ਅਤੇ ਪੱਛਮ ਦੇ ਵਿਚਕਾਰ ਜਿਹੜੇ ਆਈਡੀਓਲੋਜੀ ਦੇ ਮਤਭੇਦ ਸੀ, ਕਮਿਊਨਿਜ਼ਮ ਵਰਸਸ ਨਾਨ ਕਮਿਊਨਿਜ਼ਮ, ਉਹ ਹੌਲੀ-ਹੌਲੀ ਖਤਮ ਹੋ ਰਹੇ ਹਨ। ਰੂਸ ਨੇ ਨਾਟੋ ਨਾਲ ਕੁਝ ਸਮਝੌਤੇ ਕੀਤੇ ਹਨ ਪਰਸਪਰ ਸਹਿਯੋਗ ਦੇ। ਇਸ ਤਰ੍ਹਾਂ ਜਿਹੜਾ ਸੰਗਠਨ ਰੂਸ ਜਾਂ ਸੋਵੀਅਤ ਸੰਘ ਦੇ ਅਗੇਂਸਟ ਹੀ ਬਣਿਆ ਸੀ, ਉਸ ਦੇ ਵਿੱਚ ਵੀ ਉਸ ਦੀ ਭਾਈਵਾਲੀ ਹੌਲੀ-ਹੌਲੀ ਵੱਧ ਰਹੀ ਹੈ। ਇਹ ਜੋ ਸਾਰੇ ਟ੍ਰੈਂਡ ਹਨ, ਸਾਰੀਆਂ ਘਟਨਾਵਾਂ ਜੋ ਵਾਪਰ ਰਹੀਆਂ ਹਨ ਅੰਤਰਰਾਸ਼ਟਰੀ ਰਾਜਨੀਤੀ ਵਿੱਚ, ਇਹਨਾਂ ਦਾ ਅਧਿਐਨ ਕਰਨ ਤੋਂ ਬਾਅਦ ਅਸੀਂ ਸਿੱਟਾ ਕੱਢ ਸਕਦੇ ਹਾਂ ਕਿ ਸੋਵੀਅਤ ਸੰਘ ਦੇ ਟੁੱਟ ਜਾਣ ਤੋਂ ਬਾਅਦ ਵਿਸ਼ਵ ਇੱਕ ਧਰੁਵੀ ਰਹਿ ਗਿਆ ਹੈ, ਜਿਹਦੇ ਵਿੱਚ ਇੱਕੋ ਇੱਕ ਸੁਪਰ ਪਾਵਰ ਹੈ ਅਮਰੀਕਾ। ਧਰੁਵੀਕਰਨ ਬਦਲਣ ਦੇ ਨਾਲ ਕੁਝ ਤਬਦੀਲੀਆਂ ਆ ਚੁੱਕੀਆਂ ਹਨ ਵਿਸ਼ਵ ਦੇ ਵਿੱਚ ਅਤੇ ਕੁਝ ਅਜੇ ਆ ਰਹੀਆਂ ਹਨ। ਘੱਟੋ ਘੱਟ ਮੌਜੂਦਾ ਸਮੇਂ ਲਈ ਤਾਂ ਪੂਰੇ ਵਿਸ਼ਵ ਨੇ USA ਦੀ ਅਗਵਾਈ ਕਬੂਲੀ ਹੋਈ ਹੈ ਅਤੇ ਕੁਝ ਇਸ ਤਰ੍ਹਾਂ ਦੇ ਦੁਸ਼ਮਣ ਹਨ ਜਿਹੜੇ ਸਾਰਿਆਂ ਦੇ ਸਾਂਝੇ ਦੁਸ਼ਮਣ ਮੰਨੇ ਜਾਂਦੇ ਹਨ, ਚਾਹੇ ਸਾਡਾ ਪੋਲੀਟੀਕਲ ਸਿਸਟਮ ਕਿਸੇ ਵੀ ਤਰ੍ਹਾਂ ਦਾ ਹੋਵੇ, ਜਿਵੇਂ ਗਲੋਬਲ ਵਾਰਮਿੰਗ, ਇੰਟਰਨੈਸ਼ਨਲ ਟੈਰਰਿਜ਼ਮ, ਪੋਲੂਸ਼ਨ। ਅਤੇ ਇਹਨਾਂ ਨਾਲ ਨਜਿੱਠਣ ਲਈ, ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਵਿਸ਼ਵ ਦੇ ਸਾਰੇ ਰਾਜਾਂ ਨੂੰ ਸੰਜੀਦਾ ਹੋ ਕੇ ਯਤਨ ਕਰਨੇ ਪੈਣਗੇ ਅਤੇ ਜਿਹੜੀਆਂ ਵੱਡੀਆਂ ਪਾਵਰਸ ਨੇ ਉਹਨਾਂ ਨੂੰ ਵਿਸ਼ੇਸ਼ ਕਰਕੇ ਗੰਭੀਰ ਹੋ ਕੇ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਵਿਸ਼ਵ ਨੂੰ ਅਗਵਾਈ ਦੇਣੀ ਪਵੇਗੀ। ਧਰੁਵੀਕਰਨ ਸੰਬੰਧੀ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਵਿਸ਼ਵ ਹੌਲੀ-ਹੌਲੀ ਮਲਟੀਪੋਲਰ ਵਰਲਡ ਬਣਨ ਵੱਲ ਨੂੰ ਵਧ ਰਿਹਾ ਹੈ ਤੇ ਕਈ ਨਵੇਂ ਰਾਜ ਨੇ ਜਿਹੜੇ ਪਾਵਰ ਸੈਂਟਰ ਦੇ ਤੌਰ ਤੇ, ਸ਼ਕਤੀ ਦੇ ਧਰੋਹ ਦੇ ਤੌਰ ਤੇ ਇਮਰਜ ਹੋ ਰਹੇ ਹਨ, ਜਿਨ੍ਹਾਂ ਵਿੱਚ ਸਭ ਤੋਂ ਪਹਿਲਾਂ ਚੀਨ ਹੈ। ਪਰੰਤੂ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਨਜ਼ਦੀਕੀ ਭਵਿੱਖ ਵਿੱਚ ਇਸ ਤਰ੍ਹਾਂ ਸੰਭਵ ਨਹੀਂ ਹੈ। ਜੋ ਪ੍ਰੈਕਟੀਕਲ ਹਾਲਾਤ ਹਨ, ਜੋ ਕੰਡੀਸ਼ਨਸ ਹਨ USA ਵਰਸਸ ਦੂਸਰੇ ਰਾਜਾਂ ਦੀਆਂ, ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਗੈਪ ਹੈ। ਇਸੇ ਹੀ ਤਰ੍ਹਾਂ ਦੇ ਇੱਕ ਵਿਸ਼ਲੇਸ਼ਕ ਹਨ ਜੋਜ਼ਫ ਐਸ ਨੇ, ਉਹਨਾਂ ਦਾ ਵਿਚਾਰ ਹੈ ਕਿ ਅਮਰੀਕਨ ਸਦੀ 1941 ਵਿੱਚ ਸ਼ੁਰੂ ਹੋਈ ਸੀ, ਜਦੋਂ ਅਮਰੀਕਾ ਨੇ ਵਰਲਡ ਪੋਲਿਟਿਕਸ ਦੇ ਵਿੱਚ ਐਕਟਿਵ ਇਨਵੋਲਵਮੈਂਟ ਕਰਨੀ ਸ਼ੁਰੂ ਕੀਤੀ ਸੀ ਅਤੇ ਇਸ ਦੀ ਸ਼ਕਤੀ, ਇਸ ਦੇ ਸਾਧਨਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਘੱਟੋ ਘੱਟ 2041 ਤੱਕ ਤਾਂ ਅਮਰੀਕਨ ਸਦੀ ਚੱਲਦੀ ਰਹੇਗੀ। ਅਮਰੀਕਾ ਦੁਨੀਆ ਦੀ ਸਭ ਤੋਂ ਵੱਡੀ ਪਾਵਰ ਬਣਿਆ ਰਹੇਗਾ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।